सतनाम वाहेगुरु साहिब जीओ। राग आसा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन हर अगमा अगम पारा। सब त्यावह तुद जी हर सच्चे सिरजनहारा। सब जी तू मारे जी तू जिया का दातारा। हर ध्यावो संतोह जी सब दुख विसारण हारा। हर आपे ठाकुर हर आपे सेवक जी क्या नानक जंत विचारा। हर आपे ठाकुर हर आपे सेवक जी क्या नानक जंत विचारा। परम सत्कारयोग गुरु रूप गुरु प्यारी साध संगत जीओ। आओ मनां दियां बिरतियां नूं करिए कागर, करिए रसना पवित्र, बोलीए सारे वाहिगुरु जी का खालसा वाहिगुरु जी की फतेह। गुरमुख प्यारिओ, आपां वाहिगुरु ਦੀ ਰਹਿਮਤ ਦਾ ਸਦਕਾ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਅਗੰਮੀ ਇਲਾਹੀ ਬਾਣੀ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਿੱਚ ਮੁੱਢ ਵਿੱਚ ਰਚੀ ਹੋਈ ਹੈ, ਪਹਿਲੇ 13 ਅੰਗ, ਉਸ ਅਗੰਮੀ ਇਲਾਹੀ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਅੱਜ ਰਾਗ ਆਸਾ ਮਹੱਲਾ ਚੌਥਾ। ਆਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ। ਬਾਣੀ ਦਾ ਨਾਮ ਹੈ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਵਾਹਿਗੁਰੂ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਜਾਣਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ, ਮਿਲਿਆ ਜਾ ਸਕਦਾ ਹੈ। ਅੱਜ ਦੇ ਸ਼ਬਦ ਦੇ ਵਿੱਚ ਆਪਾਂ ਨੂੰ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋ ਪੁਰਖ, ਉਹ ਜਿਹੜਾ ਕੇਵਲ ਇੱਕੋ ਇੱਕ ਹੈ, ਏਕਾ ਪੁਰਖ ਸਵਾਈ ਨਾਰ, ਉਹ ਪ੍ਰਮਾਤਮਾ ਵਾਹਿਗੁਰੂ ਦੇ ਦਰਸ਼ਨ ਕਰਾ ਰਹੇ ਹਨ ਜੀ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ। ਸੋ ਪੁਰਖ, ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਨਾਮ ਜਿੰਨੇ ਮਰਜ਼ੀ ਰੱਖ ਲਈਏ ਉਹ ਇੱਕੋ ਹੀ ਹੈ ਤੇ ਇੱਕ ਰਸ ਵਿਆਪਕ ਹੈ। ਸੋ ਪੁਰਖ ਨਿਰੰਜਨ, ਉਹ ਨਿਰਅੰਜਨ ਹੈ। ਭਾਵ ਅੰਜਨ ਤੋਂ ਭਾਵ ਸੁਰਮਾ, ਸੁਰਮੇ ਤੋਂ ਭਾਵ ਕਾਲਖ, ਕਾਲਖ ਤੋਂ ਭਾਵ ਅਗਿਆਨਤਾ ਮਾਇਆ। ਉਹ ਮਾਇਆ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਉਹੀ ਪੁਰਖ ਹੈ, ਸਭ ਦਾ ਮਾਲਕ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਉਹ ਪਰਮਾਤਮਾ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੇ ਤੱਕ ਗਮਤਾ ਨਹੀਂ ਸਾਡੀ ਹੋ ਸਕਦੀ ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ। ਉਹ ਪਰਮਾਤਮਾ ਦਾ ਪਸਾਰਾ ਪਰੇ ਤੋਂ ਪਰੇ ਹੈ। ਉਹ ਮਾਇਆ ਤੋਂ ਰੂਪ ਸ਼ੁੱਧ ਸਰੂਪ ਹੈ ਜੀ। ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਸਨਮੁਖ ਕਰਾ ਰਹੇ ਹਨ ਵਾਹਿਗੁਰੂ ਦੇ ਸਾਨੂੰ ਗੁਰੂ ਪਾਤਸ਼ਾਹ ਜੀ। ਸਭ ਧਿਆਵਹਿ, ਸਾਰੇ ਭਗਤ ਜਿੰਨੇ ਵੀ ਭਗਤੀ ਵਿੱਚ ਲੱਗੇ ਹੋਏ ਆ ਤੇਰਾ ਹੀ ਧਿਆਨ ਧਰਦੇ ਆ ਵਾਹਿਗੁਰੂ, ਤੈਨੂੰ ਹੀ ਧਿਆਉਂਦੇ ਆ। ਹਰ ਸੱਚੇ ਸਿਰਜਣਹਾਰਾ, ਹੇ ਸੱਚੇ ਸਿਰਜਣਹਾਰ, ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ, ਸਾਰੇ ਭਗਤ ਤੇਰਾ ਹੀ ਧਿਆਨ ਧਰਦੇ ਹਨ, ਤੈਨੂੰ ਹੀ ਧਿਆਉਂਦੇ ਹਨ ਜੀ।
सब जी तुम्हारे जी, तू ਜੀਆਂ ਕਾ ਦਾਤਾਰਾ। ਇਹ ਸਾਰੇ ਜੀਵ ਜੰਤ ਹੈ ਵਾਹਿਗੁਰੂ ਤੇਰੇ ਹੀ ਆ, ਤੇ ਤੂੰ ਇਹਨਾਂ ਨੂੰ ਦਾਤਾਂ ਦੇਣ ਵਾਲਾ। ਸਵਾਸਾਂ ਦੀ ਦਾਤ ਪਹਿਲਾਂ ਦਿੰਨਾ, ਫਿਰ ਉਸ ਤੋਂ ਬਾਅਦ ਖਾਣਾ ਹਜਮ ਹੁੰਦਾ। ਜਿਹੜੇ ਹੋਰ ਦਾਤਾਂ ਜਿਹੜੀਆਂ ਦਿੰਨਾ, ਇਹ ਲਗਾਤਾਰ ਦਿੰਦਾ ਆ ਰਿਹਾ ਹੈ ਵਾਹਿਗੁਰੂ। ਤੂੰ ਆਪਣੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਲਗਾਤਾਰ ਜੁਗਾਂ ਜਗੰਤਰਾਂ ਤੋਂ ਦਾਤਾ ਦੇ ਰਿਹਾ ਹੈ। ਇਸ ਕਰਕੇ ਸਭ ਤੋਂ ਵੱਡਾ ਤੂੰ ਦਾਤਾ ਹੈ। ਹਰ ਧਿਆਵੋ ਸੰਤੋਖ ਜੀ, ਸਭ ਦੁਖ ਵਿਸਾਰਨ ਹਾਰਾ। ਇਸ ਕਰਕੇ ਹੇ ਸਤ ਸੰਗੀ ਸੱਜਣੋ, ਹੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਗੁਰਮੁਖ ਪਿਆਰਿਓ, ਪਰਮਾਤਮਾ ਵਾਹਿਗੁਰੂ ਦੇ ਮਿਲਾਪ ਵੱਲ ਜਿਹੜਾ ਹੈ ਕੋਸ਼ਿਸ਼ ਕਰ ਰਹੇ ਗੁਰਮੁਖ ਜਨੋ, ਹਰ ਧਿਆਵੋ, ਹਰੀ ਪ੍ਰਮਾਤਮਾ ਦਾ ਹੀ ਧਿਆਨ ਧਰੋ। ਸਭ ਦੁੱਖ ਵਿਸਾਰਨ ਹਾਰਾ, ਸਾਰੇ ਦੁੱਖਾਂ ਨੂੰ ਕੱਟਣ ਵਾਲਾ, ਆਦਿ ਵਿਆਧੀ ਉਪਾਧੀ, ਅੰਦਰਲੇ ਦੁੱਖ ਬਾਹਰਲੇ ਦੁੱਖ ਸਾਰਿਆਂ ਨੂੰ ਕੱਟਣ ਵਾਲਾ ਉਹ ਪ੍ਰਮਾਤਮਾ ਵਾਹਿਗੁਰੂ ਹੈ। ਹੇ ਸਤ ਸੰਗੀ ਸੱਜਣੋ, ਉਹ ਦੁੱਖਾਂ ਦਾ ਨਿਵਾਰਨ ਕਰਨ ਵਾਲੇ ਪ੍ਰਮਾਤਮਾ ਨੂੰ ਸਾਰੇ ਸਿਮਰੀਏ ਜੀ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰ ਆਪੇ ਠਾਕੁਰ, ਤੇ ਮਾਲਕ ਵੀ ਉਹ ਆਪ ਹੀ ਹੈ, ਤੇ ਸੇਵਕਾਂ ਦੇ ਵਿੱਚ ਬੈਠਾ ਵੀ ਉਹ ਆਪ ਹੀ ਹੈ। ਕਣ ਕਣ ਦੇ ਵਿੱਚ ਉਹ ਪ੍ਰਮਾਤਮਾ ਜੀ ਸਮਾਏ ਹੋਏ ਹਨ। ਇੱਥੇ ਠਾਕੁਰ ਦੇ ਨਾਲ, ਮਾਲਕ ਦੇ ਨਾਲ ਸੇਵਕ ਦੀ ਇੱਕ ਮਿਕਤਾ ਦਿਖਾ ਰਹੇ ਹਨ ਕਿ ਠਾਕੁਰ ਦੇ ਵਿੱਚ ਵੀ ਤੂੰ ਆ ਵਾਹਿਗੁਰੂ, ਮਾਲਕਾਂ ਦੇ ਵਿੱਚ ਵੀ ਤੂੰ ਆ, ਤੇ ਸੇਵਕਾਂ ਦੇ ਵਿੱਚ ਵੀ ਤੂੰ ਆ। ਤੇਰੀ ਕਿਰਪਾ ਤੋਂ ਬਿਨਾਂ, ਤੇਰੀ ਹੋਂਦ ਤੋਂ ਬਿਨਾਂ ਤਾਂ ਸਰੀਰ ਹੀ ਕਿਸੇ ਕੰਮ ਦਾ ਨਹੀਂ। ਜੇ ਤੇਰੀ ਹੋਂਦ ਹੈ ਤਾਂ ਇਹ ਅੰਗ ਪਤੰਗ ਚੱਲ ਰਹੇ ਆ, ਤੇ ਨਹੀਂ ਤਾਂ ਕਿਆ ਨਾਨਕ ਜੰਤ ਵਿਚਾਰਾ। ਇਹ ਜਨਤਾਂ ਦੇ ਵਿਚਾਰਿਆਂ ਦੇ ਕੀ ਹੱਥ ਆ? ਤੂੰ ਹੀ ਕਿਰਪਾ ਕਰਕੇ ਸਵਾਸ ਦੇ ਰਿਹਾ, ਤੂੰ ਹੀ ਖਾਣਾ ਹਜਮ ਕਰ ਰਿਹਾ, ਤੂੰ ਹੀ ਅੱਖਾਂ ਦੇ ਵਿੱਚ ਬੈਠਾ ਦੇਖ ਰਿਹਾ, ਤੂੰ ਹੀ ਕੰਨਾਂ ਦੇ ਰਾਹੀਂ ਸੁਣ ਰਿਹਾ, ਤੂੰ ਹੀ ਕਣ ਕਣ ਦੇ ਵਿੱਚ ਸਮਾਇਆ ਹੋਇਆ। ਤੇਰੀ ਹੋਂਦ ਤੋਂ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ ਇਹ ਜੀਵ ਜੰਤ ਵਿਚਾਰੇ ਕੀ ਕਰ ਸਕਦੇ ਹਨ ਜੀ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹੇ ਵਾਹਿਗੁਰੂ, ਹੇ ਪ੍ਰਮਾਤਮਾ, ਤੇਰੀ ਜੋਤ ਹਰ ਹਿਰਦੇ ਦੇ ਵਿੱਚ ਆ। ਜਦੋਂ ਤੇਰੀ ਜੋਤ ਖਤਮ ਹੋ ਗਈ, ਅੰਦਰੋਂ ਨਿਕਲਦਾ ਕੀ ਆ ਗੁਰਮੁਖ ਪਿਆਰਿਓ? ਅੱਖਾਂ ਇਸੇ ਤਰ੍ਹਾਂ ਰਹਿ ਜਾਂਦੀਆਂ ਪਰ ਦੇਖ ਨਹੀਂ ਸਕਦੀਆਂ, ਕੰਨ ਇਸੇ ਤਰ੍ਹਾਂ ਹੁੰਦੇ ਆ ਪਰ ਸੁਣ ਨਹੀਂ ਸਕਦੇ, ਹੱਥ ਪੈਰ ਇਸੇ ਤਰ੍ਹਾਂ ਹੁੰਦੇ ਆ ਪਰ ਚੱਲ ਨਹੀਂ ਸਕਦੇ। ਬਸ ਉਹ ਜੋਤ ਨਿਕਲ ਜਾਂਦੀ ਹੈ ਪ੍ਰਮਾਤਮਾ ਵਾਹਿਗੁਰੂ ਦੀ। ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਹੀ ਸਾਰੇ ਹਰਕਤ ਹੋ ਰਹੀ ਹੈ। ਤੂੰ ਘਟ ਘਟ ਅੰਤਰ, ਤੂੰ ਸਾਰੇ ਘਟਾਂ ਦੇ ਵਿੱਚ, ਸਾਰੇ ਸਰੀਰਾਂ ਦੇ ਵਿੱਚ ਅੰਦਰ ਸਮਾਇਆ ਹੋਇਆ ਹੈ। ਸਰਬ ਨਿਰੰਤਰ, ਤੂੰ ਸਾਰੀ ਪ੍ਰਕਿਰਤੀ ਦੇ ਵਿੱਚ ਸਮਾਇਆ ਹੋਇਆ ਹੈ ਜੀ। ਹਰ ਏਕੋ ਪੁਰਖ ਸਮਾਣਾ, ਉਹ ਪੁਰਖ ਹੀ ਸਾਰੀ ਪ੍ਰਕਿਰਤੀ ਵਿੱਚ ਸਮਾਇਆ ਹੋਇਆ। ਮੇਰੇ ਅੰਦਰ ਵੀ ਉਹ ਪ੍ਰਮਾਤਮਾ ਦੀ ਜੋਤ ਹੈ। ਅਸੀਂ ਜੀਵਾਂ ਨੇ ਸਾਰਿਆਂ ਨੇ ਉਹ ਪੁਰਖ ਦੇ ਵਿੱਚ ਹੀ ਸਮਾ ਜਾਣਾ ਹੈ। ਉਹ ਪ੍ਰਮਾਤਮਾ ਦੇ ਵਿੱਚੋਂ ਹੀ ਉਦਕਰਖ ਸ਼ਕਤੀ ਦੇ ਦੁਆਰਾ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਆ ਕਰਖ ਸ਼ਕਤੀ ਦੇ ਦੁਆਰਾ ਸਾਰੀ ਖਿੱਚ ਲਈ ਜਾਂਦੀ ਹੈ, ਉਸੇ ਵਿੱਚ ਸਮਾ ਜਾਂਦੀ ਹੈ ਜੀ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਇਸ ਧਰਤੀ ਤੇ ਸਾਰੇ ਜੀਵ ਤੇਰੀ ਕਿਰਪਾ ਦੇ ਨਾਲ ਚੱਲ ਰਹੇ ਆ, ਪੈਦਾ ਕੀਤੇ ਹੋਏ ਆ, ਤੇ ਇਹਨਾਂ ਜੀਵਾਂ ਦੇ ਵਿੱਚੋਂ ਇੱਕ ਦਾਤੇ ਆ ਤੇ ਇੱਕ ਭਿਖਾਰੀ ਆ। ਦੋ ਤਰ੍ਹਾਂ ਦੇ ਖੇਲ ਚੱਲ ਰਹੇ ਆ, ਮਨਮੁਖ ਦਾ, ਗੁਰਮੁਖ ਦਾ, ਵੱਡੇ ਛੋਟਾ, ਉੱਚਾ ਨੀਵਾਂ, ਕਾਲਾ ਗੋਰਾ, ਚੰਗਾ ਮਾੜਾ, ਇਹ ਦੋ ਤਰ੍ਹਾਂ ਦੇ ਖੇਲ ਚੱਲ ਰਹੇ ਆ। ਇੱਕ ਦੁਨੀਆ ਦੇ ਵਿੱਚ ਦਾਤੇ ਬਣੇ ਬੈਠੇ ਆ ਤੇ ਇੱਕ ਭਿਖਾਰੀ ਆ। ਇਹ ਸਭ ਤੇਰੇ ਚੋਜ ਵਡਾਣਾ। ਹੇ ਵਾਹਿਗੁਰੂ, ਹੁਣ ਮੈਨੂੰ ਸਮਝ ਆਉਂਦੀ ਆ, ਇਹ ਸਾਰੇ ਤੇਰੇ ਹੀ ਕੌਤਕ ਹਨ। ਤੂੰ ਆਪੇ ਦਾਤਾ,
ਆਪੇ ਭੁਗਤਾ ਜੀ, ਹਉ ਤੁਧ ਬਿਨ ਅਬਰ ਨ ਜਾਣਾ। ਹੇ ਵਾਹਿਗੁਰੂ, ਤੂੰ ਦਾਤਾਂ ਦੇਣ ਵਾਲਾ ਵੀ ਆਪ ਹੀ ਹੈ, ਤੇ ਭੁਗਤਾ ਭਗਤਾਂ ਦੇ ਵਿੱਚ ਬੈਠ ਕੇ ਛਕਣ ਵਾਲਾ, ਸੇਵਕਾਂ ਦੇ ਵਿੱਚ ਬੈਠ ਕੇ ਛਕਣ ਵਾਲਾ ਵੀ ਤੂੰ ਆਪ ਹੀ ਹੈ। ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ ਜੀਵਾਂ ਦੇ ਵਿੱਚ ਬੈਠ ਕੇ ਛਕਣ ਵਾਲਾ ਹੈ। ਹਉ ਤੁਧ ਬਿਨ ਅਬਰ ਨਾ ਜਾਣਾ, ਅਸੀਂ ਤੁਹਾਡੇ ਤੋਂ ਬਿਨਾ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ, ਹੋਰ ਕਿਸੇ ਵੱਲ ਧਿਆਨ ਹੀ ਨਹੀਂ ਜਾਂਦਾ, ਤੇਰਾ ਹੀ ਸਾਰਾ ਪਸਾਰਾ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਹੇ ਵਾਹਿਗੁਰੂ, ਤੂੰ ਪਾਰ ਬ੍ਰਹਮ ਹੈ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਤੇਰਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਹੇ ਬੇਅੰਤ ਪ੍ਰਮਾਤਮਾ ਵਾਹਿਗੁਰੂ, ਤੇਰੇ ਕਿੰਨੇ ਕੁ ਗੁਣਾਂ ਦਾ ਬਖਿਆਨ ਕਰੀਏ। ਬੇਅੰਤੀ ਤੂੰ ਆ ਤੇ ਬੇਅੰਤੀ ਤੇਰੇ ਗੁਣ ਹਨ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਜੋ ਸੇਵਹਿ, ਜੋ ਤੈਨੂੰ ਸੇਵਦੇ ਹਨ, ਜੋ ਤੇਰੇ ਨਾਲ ਜੁੜਦੇ ਹਨ, ਜੋ ਤੇਰੇ ਸੱਚ ਦੇ ਰਸਤੇ ਤੇ ਚੱਲਦੇ ਹਨ, ਤੁਧ ਜੀ ਜਨ ਨਾਨਕ ਤਿਨ ਕੁਰਬਾਨਾ। ਚੌਥੇ ਨਾਨਕ ਜੀ ਫਰਮਾਨ ਕਰ ਰਹੇ ਹਨ, ਤੇਰੇ ਜਿਹੜਾ ਸੇਵਨ ਵਾਲਿਆਂ ਦੇ, ਤੈਨੂੰ ਜਪਣ ਵਾਲਿਆਂ ਦੇ, ਤੇਰੇ ਰਸਤੇ ਤੇ ਚੱਲਣ ਵਾਲਿਆਂ ਦੇ ਅਸੀਂ ਬਲਿਹਾਰ ਜਾਂਦੇ ਹਾਂ, ਉਹਨਾਂ ਤੋਂ ਕੁਰਬਾਨ ਜਾਣਾ ਬਣਦਾ ਹੈ ਜੀ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਹਰ ਧਿਆਵਹਿ, ਜਿਹੜੇ ਹਰੀ ਨੂੰ ਧਿਆਉਂਦੇ ਆ, ਜਿਹੜੇ ਪ੍ਰਮਾਤਮਾ ਵਾਲੇ ਰਸਤੇ ਤੇ ਚੱਲ ਪੈਂਦੇ ਆ, ਜਿਹੜੇ ਵਾਹਿਗੁਰੂ ਦੇ ਮਿਲਾਪ ਵੱਲ ਨੂੰ ਚੱਲ ਪੈਂਦੇ ਆ, ਧਿਆਵਹਿ ਤੁਧ ਜੀ, ਤੁਹਾਨੂੰ ਧਿਆਉਂਦੇ ਹਨ। ਸੇ ਜਨ, ਉਹ ਜਨ ਬਣ ਜਾਂਦੇ ਹਨ ਜੋ ਪ੍ਰਮਾਤਮਾ ਨਾਲ ਜੁੜ ਜਾਂਦੇ ਆ, ਉਹ ਆਪਣੀ ਮੈਂ ਨੂੰ ਖਤਮ ਕਰ ਦਿੰਦੇ ਆ, ਉਹ ਉਹਨਾਂ ਦੇ ਅੰਦਰ ਤੂੰ ਪ੍ਰਗਟ ਹੋ ਜਾਣਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਸੇ ਜਨ ਜੁਗ ਮਹਿ ਸੁਖ ਵਾਸੀ, ਉਹ ਸਾਰੇ ਯੁੱਗ ਦੇ ਵਿੱਚ, ਸਾਰਿਆਂ ਯੁੱਗਾਂ ਦੇ ਵਿੱਚ, ਹਰ ਸਮੇਂ ਸੁੱਖਾਂ ਦੇ ਵਿੱਚ ਉਹਨਾਂ ਦਾ ਵਾਸ ਹੁੰਦਾ, ਸਵਰਗ ਦੇ ਵਾਂਗੂ ਰਹਿ ਰਹੇ ਹੁੰਦੇ ਆ ਜੋ ਤੁਹਾਡੇ ਨਾਲ ਜੁੜ ਜਾਂਦੇ ਹਨ ਜੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਤੇਰੇ ਨਾਲ ਜੁੜਨ ਵਾਲੇ ਇਹ ਪ੍ਰਮਾਤਮਾ ਮੁਕਤ ਹੋ ਜਾਂਦੇ ਆ। ਹੁਣ ਇੱਕ ਹੁੰਦਾ ਜਿਹੜਾ ਹੈ ਮੁਕਤੀ, ਜਿਹੜੀ ਆ ਜਨਮਾਂ ਜਨਮਾਂਤਰਾਂ ਤੋਂ, ਜਿਹੜੀਆਂ ਮੌਤ ਤੋਂ ਬਾਅਦ ਜੂਨਾਂ ਕਹਿੰਦੇ ਆ, ਤੇ ਗੁਰਬਾਣੀ ਦੇ ਵਿੱਚ ਜਿਹੜੀ ਮੁਕਤੀ ਸਮਝਾਈ ਗਈ ਹੈ ਉਹ ਆ ਮਨ ਦੀ ਮੁਕਤੀ, ਅੰਦਰਲੇ ਸੂਖਸ਼ਮ ਸਰੀਰ ਦੀ ਮੁਕਤੀ। ਜਿਹੜਾ ਮਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਸਾੜਾ, ਇਸ ਸਾਰੇ ਔਗਣਾਂ ਦੇ ਨਾਲ ਜਕੜਿਆ ਪਿਆ, ਬੰਨਿਆ ਪਿਆ, ਇਹ ਪ੍ਰਮਾਤਮਾ ਵਾਲੇ ਪਾਸੇ ਚੱਲ ਨਹੀਂ ਸਕਦਾ। ਮਾਇਆ ਨੇ ਇਹਨੂੰ, ਇਹਨਾਂ ਦੇ ਰਾਹੀਂ, ਇਹ ਵਿਕਾਰਾਂ ਦੇ ਰਾਹੀਂ ਜੂੜ ਪਾਇਆ ਹੋਇਆ। ਉਹ ਜੂੜ ਤੋਂ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਨਾਲ ਮਨੁੱਖ ਮੁਕਤ ਹੋ ਸਕਦਾ, ਮਨੁੱਖ ਦਾ ਮਨ ਮੁਕਤੀ ਪ੍ਰਾਪਤ ਕਰ ਸਕਦਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਜਿਉਂਦੇ ਹੀ ਮੁਕਤ ਕੀਤਾ ਸਾਨੂੰ ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ। ਸਿੱਖ ਤਾਂ ਜਿਉਂਦੇ ਹੀ ਮੁਕਤ ਹੁੰਦੇ ਆ ਭਾਈ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਜਿਹਨੇ ਹਰੀ ਪ੍ਰਮਾਤਮਾ ਨਾਲ ਧਿਆਨ ਜੋੜ ਲਿਆ, ਉਹਨਾਂ ਦੀ ਵਿਕਾਰਾਂ ਵਾਲੇ ਪਾਸਿਓਂ ਮੁਕਤੀ ਹੋ ਜਾਂਦੀ ਹੈ। ਤਿੰਨ ਟੂਟੀ ਜਮ ਕੀ ਫਾਸੀ, ਉਹਨਾਂ ਦੀ ਜਮਾਂ ਦੀ ਫਾਸੀ ਟੁੱਟ ਜਾਂਦੀ ਹੈ। ਜਨਮ ਮਰਨ ਦਾ ਗੇੜ ਉਹਨਾਂ ਦਾ ਖਤਮ ਹੋ ਜਾਂਦਾ ਹੈ। ਕਬੂ ਜੀੜਾ ਉਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਭਾਲੇ। ਉਹ ਲੋਭ ਦੇ ਕਾਰਨ ਜੀੜਾ ਕਦੇ ਤਾਂ ਠਾਂ ਹੁੰਦਾ ਸੀ, ਇਹ ਜਦੋਂ ਉਹ ਲੋਭ ਖਤਮ ਹੋ ਗਿਆ, ਆਤਮਿਕ ਗਿਆਨ ਪ੍ਰਾਪਤ ਕਰ ਲਿਆ, ਤਾਂ ਉਹ ਜੀੜਾ ਜਿਹੜਾ ਸੀ ਟਿਕ ਗਿਆ, ਤਾਂ ਠਾਂ ਹੁਣ ਹਟ ਗਿਆ, ਜਮਾਂ ਦੀ ਫਾਸੀ ਕੱਟੀ ਗਈ। ਜਿਨ ਹਰ ਨਿਰਭਉ ਧਿਆਇਆ ਜੀ,
ਤਿਨ ਕਾ ਭਉ ਸਭ ਗਵਾਸੀ। ਜਦੋਂ ਮਨ ਮੁਕਤ ਹੋ ਗਿਆ, ਮਨ ਆਜ਼ਾਦ ਹੋ ਗਿਆ, ਮਨ ਪਰਮਾਤਮਾ ਵਾਲੇ ਖਾਨੇ ਦੇ ਵਿੱਚ ਚਲਿਆ ਗਿਆ, ਮਨ ਜਿਹੜਾ ਪਰਮਾਤਮਾ ਨੂੰ ਅੱਗੇ ਐਬਸੈਂਟ ਸਮਝਦਾ ਸੀ ਤੇ ਹੁਣ ਪਰਮਾਤਮਾ ਨੂੰ ਹਰ ਜਗ੍ਹਾ ਆਪਣੇ ਨਾਲ ਸਮਝਣ ਲੱਗ ਗਿਆ ਤੇ ਨਿਰਭਉ ਨਾਲ ਜੁੜ ਕੇ ਉਹ ਮਨੁੱਖ ਵੀ ਸਮਝ ਲਓ ਨਿਰਭਉ ਹੋ ਜਾਂਦੇ ਆ, ਜਿਹੜੇ ਨਿਰਭਉ ਤੇ ਨਿਰਵੈਰ ਨਾਲ ਜੁੜ ਜਾਂਦੇ ਹਨ ਜੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਸਾਰੇ ਤਰ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ ਜੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਵੀ ਸੇਵਨ ਕੀਤਾ, ਜਿਨ੍ਹਾਂ ਨੇ ਸੇਵਿਆ, ਪਰਮਾਤਮਾ ਵਾਹਿਗੁਰੂ ਨੂੰ ਯਾਦ ਕੀਤਾ ਹਿਰਦੇ ਦੇ ਵਿੱਚੋਂ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਉਹ ਹੌਲੀ ਹੌਲੀ ਸੇਵਦੇ ਸੱਚ ਦੇ ਰਸਤੇ ਤੇ ਚੱਲਦੇ ਗੁਰਬਾਣੀ ਨਾਲ ਜੁੜਦੇ ਵਧੀਆ ਗੁਰਮੁਖ ਰੂਪ ਹੋ ਕੇ, ਸੁੰਦਰ ਰੂਪ ਹੋ ਕੇ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ ਜੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਧਨਤਾ ਦੇ ਯੋਗ ਹਨ, ਉਹ ਗੁਰਮੁਖ ਪਿਆਰੇ ਜੋ ਪਰਮਾਤਮਾ ਵਾਹਿਗੁਰੂ ਨਾਲ ਜੁੜ ਜਾਂਦੇ ਹਨ, ਉਹ ਚੰਗੇ ਹੋ ਜਾਂਦੇ ਹਨ, ਉਹ ਧਨ ਹੋ ਜਾਂਦੇ ਹਨ ਜਿਨ੍ਹਾਂ ਨੇ ਹਰੀ ਦੇ ਨਾਲ ਧਿਆਨ ਜੋੜ ਲਿਆ। ਜਨ ਨਾਨਕ ਤਿਨ ਬਲ ਜਾਸੀ। ਚੌਥੇ ਨਾਨਕ ਜੀ ਸਮਝਾ ਰਹੇ ਹਨ, ਬਲ ਜਾਸੀ ਦਾ ਅਰਥ ਹੈ ਬਲਿਹਾਰ ਜਾਣਾ। ਉਹਨਾਂ ਤੋਂ ਤਾਂ ਭਾਈ ਬਲਿਹਾਰ ਜਾਣਾ ਬਣਦਾ ਹੈ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਹੇ ਪਰਮਾਤਮਾ, ਤੇਰੇ ਭਗਤਾਂ ਦਾ ਕਿਹੜਾ ਅੰਤ ਆ? ਕੱਲੇ ਸਿੱਖ ਹੀ ਥੋੜੀ ਭਗਤ ਆ, ਪਤਾ ਨਹੀਂ ਕਿੰਨੇ ਕੁ ਭਗਤ ਹੋਰ ਸੁਰਤੀਆਂ ਜੋੜੀ ਬੈਠੇ ਹੋਣਗੇ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਜਿੱਡਾ ਵੱਡਾ ਤੇਰਾ ਪਸਾਰਾ, ਓਡੇ ਹੀ ਤੇਰੇ ਵੱਖ ਤਰ੍ਹਾਂ ਦੇ ਭਗਤ ਆ ਤੇ ਅਨੇਕਾਂ ਤਰ੍ਹਾਂ ਦੀ ਤੇਰੀ ਭਗਤੀ ਆ, ਅਨੇਕਾਂ ਤਰੀਕਿਆਂ ਦੇ ਨਾਲ ਭਗਤੀ ਹੋ ਰਹੀ ਹੈ। ਤੇਰੀ ਭਗਤ ਭੰਡਾਰ ਜੀ, ਤੇਰੇ ਘਰ ਵਿੱਚ ਭਗਤੀ ਦੇ ਭੰਡਾਰੇ ਭਰੇ ਪਏ ਹਨ। ਭਰੇ ਬੇਅੰਤਾ। ਭਗਤੀ ਦੇ ਭੰਡਾਰਿਆਂ ਦਾ ਵੀ ਕੋਈ ਅੰਤ ਨਹੀਂ, ਬੇਅੰਤ ਹਨ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੇ ਭਗਤ ਜਿਹੜੇ ਤੇਰੇ ਨਾਲ ਜੁੜ ਜਾਂਦੇ ਆ ਹੇ ਵਾਹਿਗੁਰੂ, ਉਹ ਤੁਹਾਡੀ ਹੀ ਸਲੋਤਾ ਕਰਦੇ ਆ, ਉਹ ਦੁਨੀਆ ਦੀ ਸਲੋਤਾ ਨਹੀਂ ਕਰਦੇ, ਉਹ ਅਕਾਲ ਪੁਰਖ ਪਰਮਾਤਮਾ ਦੀ, ਰਾਜਿਆਂ ਦੇ ਰਾਜੇ ਦੀ ਸਲੋਤਾ ਕਰਦੇ ਆ, ਤੈਨੂੰ ਧਿਆਉਂਦੇ ਆ ਹੇ ਵਾਹਿਗੁਰੂ। ਹਰ ਹਰੀ ਅਨਕ ਅਨੇਕ ਅਨੰਤਾ। ਤੇ ਭਗਤਾਂ ਦਾ ਕਿਹੜਾ ਅੰਤ ਪਾਇਆ ਜਾ ਸਕਦਾ, ਕਿਹੜਾ ਗਿਣਤੀ ਕੀਤੀ ਜਾ ਸਕਦੀ ਹੈ? ਅਨੇਕ ਅਨੰਤ ਹੀ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤਾ। ਤੇ ਅਨੇਕਾਂ ਤਰ੍ਹਾਂ ਦੇ ਭਗਤਾ ਤੇ ਅਨੇਕਾਂ ਤਰੀਕਿਆਂ ਦੇ ਨਾਲ ਤੇਰੀ ਹੈ ਵਾਹਿਗੁਰੂ ਪੂਜਾ ਹੋ ਰਹੀ ਹੈ। ਇੱਕ ਤਰੀਕਾ ਨਹੀਂ, ਤੇਰੀ ਅਨਕ ਕਰੈ ਹਰ ਪੂਜਾ ਜੀ। ਤਪ ਹੈ ਜਪ ਹੈ ਬੇਅੰਤ ਤਪ ਸਾਧਨਾ ਕਰ ਰਹੇ ਆ, ਤੈਨੂੰ ਜਪ ਰਹੇ ਆ, ਤੇਰੇ ਸੱਚ ਦੇ ਰਸਤੇ ਤੇ ਚੱਲ ਰਹੇ ਆ, ਉਹ ਵੀ ਬੇਅੰਤੀ ਹੈ, ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਤੇਰੇ ਅਨੇਕਾਂ ਹੀ ਪੜ੍ਹੈ ਬਹੁ ਸਿਮਰਤ ਸਾਸਤ ਜੀ, ਸਿਮਰਤੀਆਂ ਸਾਸਤਾਂ ਦੇ ਨਾਲ, ਤੇਰੀ ਵਿੱਦਿਆ ਦੇ ਨਾਲ ਵਿਖਮ ਵਿਚਾਰ ਕਰੀ ਜਾਂਦੇ ਆ। ਇਹ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਵਿਚਾਰ ਕਰੀ ਜਾਂਦੇ ਆ। ਤੇ ਤੇਰੇ ਭਗਤ ਆ ਜਿਹੜੇ ਖਟ ਕਰਮਾਂ ਦੇ ਵਿੱਚ 6 ਕਰਮ ਉਹ ਵੀ ਕਰੀ ਜਾਂਦੇ ਆ, ਇਸ ਤਰ੍ਹਾਂ ਵੀ ਕਰਨ ਵਾਲੇ ਆ। ਕਰੰਤਾ, ਅਨੇਕਾਂ ਤਰੀਕਿਆਂ ਦੇ ਨਾਲ ਤੇਰੀ ਪੂਜਾ ਹੋ ਰਹੀ ਹੈ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਪਹਿਲਾ ਤਾਂ ਕੰਮ ਆ ਭਾਈ ਭਗਤੀ ਦੇ ਵਿੱਚ ਲੱਗਣਾ, ਸ਼ੁਰੂਆਤ ਕਰਨੀ, ਤੇ ਫਿਰ ਉਸ ਤੋਂ ਬਾਅਦ ਪਹੁੰਚਦੇ ਲੱਗ ਵੀ ਬਹੁਤ ਜਾਂਦੇ ਆ, ਪਰ ਪਹੁੰਚਦੇ ਫਿਰ
ਟਾਵੇਂ ਟਾਵੇਂ ਹੀ ਹੈ। ਸੇ ਭਗਤ ਭਲੇ। ਇੰਨਿਆਂ ਚੋਂ ਜਿਹੜੇ ਅਨੇਕਾਂ ਤਰੀਕਿਆਂ ਦੇ ਨਾਲ ਭਗਤੀ ਕਰ ਰਹੇ ਆ, ਗੁਰੂ ਬਾਬਾ ਜੀ ਸਮਝਾ ਰਹੇ ਹਨ, ਉਹ ਭਗਤ ਭਲੇ ਆ। ਕੌਣ? ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਜੋ ਮੇਰੇ ਹਰੀ ਨੂੰ, ਭਗਵੰਤ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਭਾ ਜਾਂਦੇ ਆ, ਉਹ ਭਗਤ ਭਲੇ ਹਨ ਜੀ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨ ਕੋਈ। हे ਵਾਹਿਗੁਰੂ, हे ਪ੍ਰਮਾਤਮਾ, ਤੂੰ ਆਦਿ ਤੋਂ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। हे ਵਾਹਿਗੁਰੂ, ਤੂੰ ਆਦਿ ਤੋਂ ਆ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੁਧ ਜੇ ਵਡ ਅਵਰ ਨਾ ਕੋਈ, ਤੇ ਨਾ ਤੁਹਾਡੇ ਬਰਾਬਰ, ਤੁਹਾਡੇ ਵਰਗਾ ਕੋਈ ਹੋਰ ਆ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਇਹ ਦੁਨੀਆ ਆਈ ਜਾਂਦੀ ਆ, ਚਲੀ ਜਾਂਦੀ ਆ, ਸ੍ਰਿਸ਼ਟੀ ਬਣੀ ਜਾਂਦੀ ਆ, ਖੂਹ ਦੀਆਂ ਟਿੰਡਾਂ ਵਾਂਗੂ ਭਰ ਆਈ ਜਾਂਦੀਆਂ, ਖਾਲੀ ਹੋ ਚੱਲੀ ਤੁਰੀਆਂ ਜਾਂਦੀਆਂ। ਪੱਤੇ ਆ ਜਿਹੜੇ ਨਵੇਂ ਆਈ ਜਾਂਦੇ ਆ, ਪੁਰਾਣੇ ਝੜੀ ਜਾਂਦੇ ਆ। ਪਰ हे ਪ੍ਰਮਾਤਮਾ, हे ਵਾਹਿਗੁਰੂ, ਤੂੰ ਨਿਸ਼ਚਲ ਆ। ਤੂੰ ਜੁਗ ਜੁਗ, ਜੁਗ ਵੀ ਬਦਲੀ ਜਾਂਦੇ ਆ, ਤੂੰ ਜੁਗ ਜੁਗ ਏਕੋ, ਤੇਰਾ ਇੱਕੋ ਇੱਕ ਓੰਕਾਰ ਵਾਹਿਗੁਰੂ ਜੀ, ਇੱਕੋ ਸਰੂਪ ਆ, ਸੱਚ ਸਰੂਪ। ਸਦਾ ਸਦਾ ਤੂੰ ਏਕੋ ਜੀ, ਸਦਾ ਸਦਾ ਤੋਂ ਤੂੰ ਇੱਕੋ ਹੀ ਹੈ। ਤੂੰ ਨਿਹਚਲ ਕਰਤਾ ਸੋਈ, ਤੂੰ ਕਰਤਾ, ਬਣਾਉਣ ਵਾਲਾ ਦੁਨੀਆ ਨੂੰ, ਸਾਰਿਆਂ ਨੂੰ। ਤੂੰ ਨਿਹਚਲ ਆ, ਤੂੰ ਚਲਾਏਬਾਨ ਨਹੀਂ ਹੈ। ਜਿਹੜੇ ਸੰਸਾਰ ਆ, ਦੁਨੀਆ, ਸ੍ਰਿਸ਼ਟੀ ਬਣ ਕੇ ਖਤਮ ਹੋਈ ਜਾਂਦੇ ਆ, ਮਨੁੱਖ ਆਈ ਜਾਂਦੇ ਆ, ਜਾਈ ਜਾਂਦੇ ਆ, ਪਰ ਤੂੰ ਨਿਹਚਲ ਹੈ, ਕਰਤਾ ਹੈ ਵਾਹਿਗੁਰੂ ਜੀ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। हे ਵਾਹਿਗੁਰੂ, हे ਸੱਚੇ ਪਾਤਸ਼ਾਹ, ਫਿਰ ਜੀਵ ਮਨੁੱਖ ਕੀ ਕਰ ਸਕਦੇ ਆ? ਸਾਡੇ ਕੀ ਪਾਇਆ? हे ਕਾਲ ਪੁਰਖ, ਤੁਧ ਆਪੇ ਭਾਵੈ, ਜਿਹੜਾ ਤੁਹਾਨੂੰ ਭਾਉਂਦਾ ਸੋਈ ਵਰਤੈ ਜੀ, ਉਹੀ ਵਰਤਦਾ, ਆਪੇ ਕਰਹਿ ਸੋ ਹੋਈ। ਤੇਰੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਜੋ ਤੂੰ ਕਰਦਾ, ਜੋ ਤੂੰ ਚਾਹੁੰਦਾ, ਉਹੀ ਹੁੰਦਾ ਹੈ ਜੀ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। हे ਵਾਹਿਗੁਰੂ, ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਤੂੰ ਆਪ ਹੀ ਸਿਰਜਣਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੀ ਆਪ ਹੀ ਗੋਈ, ਖਤਮ ਕਰ ਦੇਣ ਵਾਲਾ, ਆਪ ਹੀ ਮੁਕਾ ਦੇਣ ਵਾਲਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ, ਤੇ ਖਤਮ ਕਰਨ ਵਾਲਾ ਵੀ ਤੂੰ ਹੀ ਹੈ ਮਾਲਕਾ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਇਸ ਕਰਕੇ ਭਾਈ ਚੌਥੇ ਨਾਨਕ ਜੀ ਸਮਝਾ ਰਹੇ ਹਨ, ਅਸੀਂ ਤਾਂ ਭਾਈ ਉਹ ਕਰਤੇ ਦੇ ਗੁਣ ਗਾਉਂਦੇ ਆ। ਦੇਖੋ, ਕਿਰਤ ਤੋਂ ਕਰਤੇ ਵੱਲ ਨੂੰ ਲਿਜਾਇਆ ਜਾ ਰਿਹਾ। ਕਿਰਤ ਸਾਰੀ ਇਹਦੇ ਗੁਣ ਗਾਵਾਂਗੇ, ਅਸੀਂ ਕਰਤੇ ਤੱਕ ਨਹੀਂ ਪਹੁੰਚ ਸਕਦੇ। ਸਾਰੀ ਕਿਰਤ ਨੂੰ ਛੱਡ ਕੇ ਗੁਣ ਕਿਹਦੇ ਗਾਉਣੇ ਆ? ਕਰਤੇ ਦੇ, ਪਰਮਾਤਮਾ ਦੇ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਜੋ ਸਾਰੀ ਸ੍ਰਿਸ਼ਟੀ ਨੂੰ, ਸਾਰੇ ਮਨੁੱਖਾਂ ਨੂੰ ਬਣਾਉਣ ਵਾਲਾ ਮਾਲਕ ਵਾਹਿਗੁਰੂ ਆ। ਸਭ ਦੇ ਅੰਦਰ ਬੈਠਾ, ਸਭ ਦੇ ਦਿਲਾਂ ਦੀਆਂ ਜਾਣਨ ਵਾਲਾ। ਅਸੀਂ ਤਾਂ ਉਹਦੇ ਗੁਣ ਗਾਉਣੇ ਆ, ਤਾਂ ਕਿ ਉਹ ਐਡਾ ਵੱਡਾ ਮਾਲਕ ਆ, ਸ੍ਰਿਸ਼ਟੀ ਨੂੰ ਖਤਮ ਕਰਕੇ ਦੁਬਾਰੇ ਬਣਾ ਸਕਦਾ, ਇੰਨੀ ਤਾਕਤ ਦਾ ਮਾਲਕ ਆ। ਤੇ ਮੇਰੀ ਧਰਤੀ, ਜਿਹੜੀ ਸਰੀਰ ਰੂਪੀ ਧਰਤੀ, ਅੰਦਰਲੀ ਸ੍ਰਿਸ਼ਟੀ ਮੇਰੀ ਮਨ ਦੀ ਜਿਹੜੀ ਬਣਾਈ ਹੋਈ ਆ, ਜੇ ਸੰਸਿਆਂ ਦੇ ਵਿੱਚ ਮੇਰਾ ਮਨ ਫਸਿਆ, ਸੰਸਾ ਜਮਾ ਆਰ, ਇਹਨਾਂ ਦੇ ਵਿੱਚ ਫਸਿਆ ਹੋਇਆ, ਤੇ ਇਹਨਾਂ ਤੋਂ ਛੁਡਾ ਵੀ ਫਿਰ ਵਾਹਿਗੁਰੂ ਸਕਦਾ। ਜਾਂ ਆਪਾਂ ਐਂ ਕਹਿ ਲਈਏ, ਮੇਰੀ ਬੁਰੀ ਘਾੜਤ ਨੂੰ ਢਾਹ ਕੇ, ਖਤਮ ਕਰਕੇ, ਮਨਮੁਖਤਾ ਨੂੰ ਖਤਮ ਕਰਕੇ ਗੁਰਮੁਖ ਵਾਲੀ ਨਵੀਂ ਘਾੜਤ ਵੀ ਵਾਹਿਗੁਰੂ ਹੀ ਘੜ ਸਕਦੇ ਹਨ। ਇਸ ਕਰਕੇ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਗਾਉਣੇ ਆ, ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ। ਹੁਣ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਗੁਣ ਗਾਉਣੇ ਆ। हे ਵਾਹਿਗੁਰੂ, ਗੁਣ ਗਾਉਣ ਦਾ ਫਾਇਦਾ ਕੀ ਹੈ? ਦੇਖੋ ਗੁਰਮੁਖ ਪਿਆਰਿਓ, ਜਦੋਂ ਤਾਂ ਤੂੰ ਕਰਤਾ ਹੋ ਗਿਆ,
ਉਦੋਂ ਤਾਂ ਸਾਰਾ ਕੁਛ ਹੀ ਜੀਵਨ ਠੀਕ ਆ ਮਨੁੱਖ ਦਾ। ਤੂੰ ਕਰਦਾ, ਤੂੰ ਸਵਾਸ ਦਿੰਨਾ, ਤੇਰੀ ਕਿਰਪਾ, ਸਾਰਾ ਕੁਝ ਤਵੈ ਪ੍ਰਸਾਦ ਹੀ ਹੈ। ਤੇ ਜਦੋਂ ਤੂੰ ਦੀ ਥਾਂ ਤੇ ਤੂੰ ਨੂੰ ਲਾ ਕੇ ਮੈਂ ਬਹਿ ਗਿਆ, ਭਾਵ ਪਰਮਾਤਮਾ ਦਾ, ਵਾਹਿਗੁਰੂ ਦਾ ਰਾਮ ਰਾਜ ਅੰਦਰੋਂ ਖਤਮ ਹੋ ਗਿਆ ਤੇ ਜਿਹੜਾ ਮਨ ਰਾਜਾ ਬਣ ਕੇ ਬਹਿ ਗਿਆ, ਗੜਬੜ ਉਦੋਂ ਹੋਣੀ ਆ। ਹੁਣ ਤੂੰ ਕਰਤਾ, ਮੈਂ ਕਰਤਾ ਨਹੀਂ ਹੈ। ਮੈਂ ਛੱਡ ਦੇਣੀ ਆ ਮਨੁੱਖ ਨੇ ਇੱਥੇ ਆ ਕੇ। ਮੈਂ ਨਹੀਂ ਕਰਤਾ, ਮੈਂ ਨਹੀਂ ਕੁਝ ਕਰਦਾ, ਹੁਣ ਤੂੰ ਕਰਤਾ, ਸਚਿਆਰ ਮੈਂਡਾ ਸਾਈਂ। ਹੇ ਦੁਨੀਆ ਨੂੰ ਬਣਾਉਣ ਵਾਲੇ, ਤੂੰ ਕਰਤਾ, ਮੈਂ ਕੁਝ ਨਹੀਂ ਕਰਨ ਵਾਲਾ। ਤੂੰ ਮੈਨੂੰ ਪੈਦਾ ਕਰਕੇ ਚਲਾਉਣ ਵਾਲਾ, ਮੈਂ ਤੇਰੇ ਬਰਾਬਰ ਕਿੱਥੇ। ਤੂੰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ, ਤੂੰ ਮੈਂਡਾ ਸਾਈਂ, ਤੂੰ ਮੇਰਾ ਸਾਈਂ ਹੈ, ਤੂੰ ਸਚਿਆਰ ਹੈ, ਤੂੰ ਕਰਤਾ ਹੈ। ਹੁਣ ਮੈਂ ਤੇਰੇ ਨਾਲ ਹੀ ਜੁੜਨਾ। ਇੱਕ ਓੰਕਾਰ ਪ੍ਰਮਾਤਮਾ ਅਕਾਲ ਪੁਰਖ ਜੀ, ਤੁਸੀਂ ਮੇਰੇ ਸਾਈਂ ਹੋ, ਤੁਸੀਂ ਮੇਰੇ ਮਾਲਕ ਹੋ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਓ। ਜੋ ਤੋ ਭਾਵੈ, ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਸੋਈ ਥੀਸੀ, ਉਹੀ ਹੁੰਦਾ। ਜੋ ਤੂੰ ਦੇਹ ਸੋਈ ਹਉ ਪਾਈ। ਹੁਣ ਮੇਰੀ ਕੋਈ ਮਿਹਨਤ ਵੀ ਕਰਨੀ ਹੈ, ਇਹ ਵੀ ਜ਼ਰੂਰੀ ਹੈ। ਮਿਹਨਤ ਮੇਰੀ ਤੇ ਰਹਿਮਤ ਤੇਰੀ। ਇੱਥੇ ਆ ਕੇ ਐਂ ਬਣ ਜਾਣੀ ਹੈ ਗੱਲ, ਜੋ ਤੂੰ ਦੇਹ ਸੋਈ ਹੋਂ ਪਾਈ। ਜੇ ਕੋਈ ਅਕਲ, ਮਤ, ਗਿਆਨ ਤੂੰ ਕਿਰਪਾ ਕਰਕੇ ਦਿਨਾ, ਉਹੀ ਮੈਂ ਪ੍ਰਾਪਤ ਕਰ ਸਕਦਾ। ਜੇ ਮੇਰੇ ਤੋਂ ਕੋਈ ਚੰਗਾ ਕੰਮ ਹੁੰਦਾ ਤਾਂ ਵੀ ਤੇਰੀ ਕਿਰਪਾ ਦੇ ਨਾਲ ਹੀ ਹੁੰਦਾ। ਤੇਰੇ ਜਿਹੜੀ ਹੈ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤਵੈ ਪ੍ਰਸਾਦ ਹੀ ਸਾਰੇ ਵਰਤ ਰਿਹਾ। ਜੋ ਤੂੰ ਦਿਨਾ ਉਹੀ ਅਸੀਂ ਪਾ ਸਕਦੇ ਹਾਂ, ਉਦੋਂ ਵੱਧ ਘੱਟ ਨਹੀਂ ਕੁਝ ਵੀ ਹੋ ਸਕਦਾ। ਤੇਰੀ ਕਿਰਪਾ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ। ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ। ਸਾਰੀ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੈ ਤੇ ਸਾਰੇ ਤੇਰਾ ਹੀ ਧਿਆਨ ਧਰਦੇ ਹਨ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਤੇ ਤੇਰਾ ਧਿਆਨ ਕਾਹਦੇ ਵਾਸਤੇ ਧਰਦੇ ਆ ਕਿ ਸਾਨੂੰ ਨਾਮ ਰਤਨ ਮਿਲ ਜਾਵੇ, ਨਾਮ ਰੂਪੀ ਖਜ਼ਾਨਾ ਮਿਲ ਜਾਵੇ, ਨਾਮ ਰੂਪੀ ਹੀਰਾ ਮਿਲ ਜਾਵੇ, ਨਾਮ ਰੂਪੀ ਮੋਤੀ ਪ੍ਰਾਪਤ ਹੋ ਜਾਵੇ। ਪਰ ਹੁੰਦਾ ਉਹਨਾਂ ਨੂੰ ਆ ਜਿਨ੍ਹਾਂ ਤੇ ਤੂੰ ਕਿਰਪਾ ਕਰ ਦੇਵੇਂ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਭਗਤੀ ਵੱਲ ਨੂੰ ਸਾਰੇ ਲੱਗੇ ਹੋਏ ਆ, ਲੱਗਣਾ ਸਾਰਿਆਂ ਨੇ ਆ। ਕਿਰਪਾ ਜਦੋਂ ਪ੍ਰਮਾਤਮਾ ਦੀ ਹੋ ਗਈ, ਭਾਵ ਕਿਰਪਾ ਵੀ ਤਾਂ ਹੋਣੀ ਆ ਜਦੋਂ ਅਸੀਂ ਕਿਰਪਾ ਦੇ ਪਾਤਰ ਬਣ ਗਏ। ਪਹਿਲਾਂ ਧਰਮਖੰਡ ਦੇ ਵਿੱਚੋਂ ਦੀ ਸੁਰਤ ਕੱਢੀ, ਧਰਮੀ ਹੋਏ, ਸੱਚੇ ਧਰਮ ਨੂੰ ਜਾਣਿਆ, ਫਿਰ ਗਿਆਨ ਪ੍ਰਾਪਤ ਕੀਤਾ ਤੇ ਫਿਰ ਉਹ ਗਿਆਨ ਤੇ ਚੱਲੇ ਸ਼ਰਮਖੰਡ, ਫਿਰ ਕਰਮਖੰਡ ਵਾਪਰਨਾ। ਬਸ ਜਿਨ੍ਹਾਂ ਤੇ ਜਿਹੜੇ ਆਪਣੇ ਆਪ ਨੂੰ ਸੁਵਾਰ ਲੈਂਦੇ ਆ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਜਿਨ੍ਹਾਂ ਤੇ ਇਹ ਵਾਹਿਗੁਰੂ ਤੂੰ ਕਿਰਪਾ ਕਰ ਦੇਣਾ, ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ, ਉਹਨੂੰ ਨਾਮ ਦਾ ਰਤਨ ਹੀਰਾ ਖਜ਼ਾਨਾ ਮਿਲ ਜਾਂਦਾ ਹੈ ਜੀ। ਗੁਰਮੁਖ ਲਾਦਾ ਮਨਮੁਖ ਗਵਾਇਆ। ਇੱਥੇ ਹੁਣ ਅੰਦਰ ਖਜ਼ਾਨਾ ਸਾਰਿਆਂ ਦੇ ਪਿਆ ਨਾਮ ਦਾ। ਜਿਹੜੇ ਗੁਰਮੁਖ ਆ, ਗੁਰੂ ਦੇ ਮੁਤਾਬਕ ਚੱਲ ਪਏ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਪਏ। ਸਾਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ। ਪਹਿਲਾਂ ਗਿਆਨ ਹੋਣਾ, ਆਤਮਿਕ ਗਿਆਨ ਹੋਣਾ, ਫਿਰ ਪ੍ਰਮਾਤਮਾ ਦਾ ਗਿਆਨ ਹੋਣਾ, ਪ੍ਰਮਾਤਮਾ ਬਾਰੇ ਪਤਾ ਲੱਗਣਾ, ਫਿਰ ਧਿਆਨ ਜੁੜਨਾ ਤੇ ਫਿਰ ਜਾ ਕੇ ਨਾਮ ਦੀ ਪ੍ਰਾਪਤੀ ਹੋਣੀ ਹੈ। ਨਾਮੀ ਦੇ ਨਾਲ ਜੁੜ ਹੋਣਾ, ਇਹਨਾਂ ਕਿਰਿਆਵਾਂ ਵਿੱਚ ਦੀ ਲੰਘਣਾ ਪੈਣਾ। ਸੋ ਪੰਜਾਂ ਖੰਡਾਂ ਵਿੱਚ ਦੀ ਸੁਰਤ ਨਿਘਾ ਕੇ ਗੁਰਮੁਖ ਬਣਨਾ ਪੈਣਾ। ਤੇ ਜਦੋਂ ਗੁਰਮੁਖ ਬਣ ਗਿਆ, ਗੁਰਮੁਖ ਲਾਦਾ, ਗੁਰਮੁਖਾਂ ਨੂੰ ਨਾਮ ਦਾ ਖਜ਼ਾਨਾ ਲੱਭ ਜਾਂਦਾ। ਮਨਮੁਖ ਗਵਾਇਆ, ਜਿਹੜੇ ਆਪਣੇ ਮਨ ਦੀਆਂ ਮਰਜ਼ੀਆਂ ਕਰਦੇ ਤੁਰੇ ਫਿਰਦੇ ਆ, ਉਹ ਆਪਣੇ ਅੰਦਰੋਂ ਉਹ ਖਜ਼ਾਨਾ ਗਵਾ ਲੈਂਦੇ ਹਨ ਜੀ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਹੇ ਵਾਹਿਗੁਰੂ, ਸਾਰੇ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਜਿਵੇਂ ਜਿਵੇਂ ਜੀਵ ਕਰਮ ਕਰਦੇ ਆ ਉਹਨਾਂ ਨੂੰ ਤੂੰ ਉਸੇ ਤਰ੍ਹਾਂ ਦਾ ਜਿਹੜਾ ਹੈ ਰਿਜ਼ਲਟ ਦਿੰਨਾ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਚੰਗੇ ਕਰਮਾਂ ਵਾਲਿਆਂ ਨੂੰ ਮਿਲਾ ਲੈਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਤੇ ਜਿਨ੍ਹਾਂ ਤੇ ਕਿਰਪਾ ਕਰ ਦਿੰਨਾ ਉਹ ਤੇਰੇ ਨਾਮ ਨਾਲ ਜੁੜ ਕੇ ਤੇਰੇ ਨਾਲ ਜੁੜ ਜਾਂਦੇ ਆ, ਕਰਮ ਚੰਗੇ ਕਰਕੇ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ। ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਫਿਰ ਤੂੰ ਮਾਇਆ ਦੇ ਵਿੱਚ ਹੀ ਲਾਈ ਰੱਖਦਾ, ਵਿਛੋੜ ਦਿੰਦਾ। ਤੇਰੇ ਤੇ ਹੀ ਆ ਸਾਰਾ ਕੁਝ ਹੈ ਵਾਹਿਗੁਰੂ, ਹੈ ਸੱਚੇ ਪਾਤਸ਼ਾਹ, ਸਾਰਾ ਤੇਰਾ ਹੀ ਖੇਲ ਚੱਲ ਰਿਹਾ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੂੰ ਦਰਿਆ ਹੈ, ਤੂੰ ਜੀਵਨ ਦੀ ਰੌਂ ਚਲਾਉਣ ਵਾਲਾ ਵੱਡਾ ਦਰਿਆ ਰੂਪ ਹੈ ਪ੍ਰਮਾਤਮਾ। ਤੁਝ ਬਿਨ ਦੂਜਾ ਕੋਈ ਨਾਹੀ। ਇਹ ਦਰਿਆ ਦੇ ਵਿੱਚ, ਇਹ ਸਮੁੰਦਰ ਦੇ ਵਿੱਚ, ਵਾਹਿਗੁਰੂ ਰੂਪੀ ਦਰਿਆ ਦੇ ਵਿੱਚ ਹੀ ਸਾਰੇ ਜੀਵ ਜੰਤੂ ਰਹਿ ਰਹੇ ਹਨ, ਸਭ ਮੱਛੀਆਂ ਦੇ ਵਾਂਗੂ। ਤੁਧ ਬਿਨ ਦੂਜਾ ਕੋਈ ਨਾਹੀ, ਤੇਰੇ ਤੋਂ ਬਿਨਾ ਹੋਰ ਕੌਣ ਆ ਸਾਡੇ ਜੀਵਾਂ ਦੀ ਰੱਖਿਆ ਕਰਨ ਵਾਲਾ। ਜੀ ਜੰਤ ਸਭ ਤੇਰਾ ਖੇਲ, ਇਹ ਜੀ ਜੰਤ ਸਾਰਾ ਤੇਰਾ ਖੇਲ ਤਮਾਸ਼ਾ ਇੱਥੇ ਕੀਤਾ ਹੋਇਆ ਵਾਹਿਗੁਰੂ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਤੇ ਇਹ ਸਾਰੇ ਸੰਸਾਰ ਦੇ ਵਿੱਚ ਸੰਜੋਗ ਤੇ ਵਿਜੋਗ ਦਾ ਖੇਡ ਚੱਲ ਰਿਹਾ। ਜਦੋਂ ਜਨਮ ਲੈਂਦੇ ਹਾਂ ਅਸੀਂ, ਪਰਮਾਤਮਾ ਵਾਲੇ ਪਾਸਿਓਂ ਵਿਯੋਗ ਹੋ ਜਾਂਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਤੇ ਮਾਇਆ ਦੇ ਨਾਲ ਸੰਜੋਗ ਹੋ ਜਾਂਦਾ। ਫਿਰ ਅਸੀਂ ਵੱਡੇ ਹੋ ਕੇ ਅਕਲ ਲੈ ਕੇ, ਮੱਤ ਲੈ ਕੇ, ਫਿਰ ਅਸੀਂ ਸੰਜੋਗ ਪਰਮਾਤਮਾ ਦੇ ਨਾਲ ਕਰਨਾ, ਤਾਂ ਕਿ ਸਾਡਾ ਮਾਇਆ ਵਾਲੇ ਪਾਸਿਓਂ ਵਿਯੋਗ ਹੋ ਜੇ। ਜੇ ਤਾਂ ਪਰਮਾਤਮਾ ਵਾਲੇ ਪਾਸੇ ਸੰਜੋਗ ਹੋ ਗਿਆ, ਮਾਇਆ ਵਾਲੇ ਪਾਸਿਓਂ ਵਿਯੋਗ ਹੋ ਜੂ, ਤੇ ਜੇ ਮਾਇਆ ਵਾਲੇ ਪਾਸੇ ਸੰਜੋਗ ਹੋ ਗਿਆ, ਪਰਮਾਤਮਾ ਵਾਲੇ ਪਾਸੇ ਵਿਯੋਗ ਹੋ ਜੂ। ਸੋ ਅਸੀਂ ਮਾਇਆ ਵਾਲੇ ਪਾਸੇ ਵਿਯੋਗ ਕਰਨਾ ਤੇ ਪਰਮਾਤਮਾ ਵਾਲੇ ਪਾਸੇ ਸੰਜੋਗ ਕਰਨਾ। ਇਹ ਦੋ ਸੰਜੋਗ ਵਿਯੋਗ ਦੀ ਜਿਹੜੀ ਹੈ ਇਹ ਕਾਰ ਸਾਰੇ ਚੱਲ ਰਹੀ ਹੈ। ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਚੰਗੇ ਕਰਮਾਂ ਨਾਲ, ਚੰਗੇ ਸੰਜੋਗਾਂ ਨਾਲ ਮਿਲਾਪ ਹੋ ਜਾਂਦਾ। ਜੇ ਅਸੀਂ ਚੰਗੇ ਨਹੀਂ ਕਰਮ ਕਰਦੇ ਫਿਰ ਸਾਡਾ ਵਿਛੋੜਾ ਪਿਆ ਰਹਿੰਦਾ। ਇਹ ਖੇਲ ਚੱਲ ਰਿਹਾ ਸੰਸਾਰ ਤੇ ਦੁਨੀਆ ਤੇ ਜੀ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਜਿਹਦੇ ਤੇ ਤੂੰ ਕਿਰਪਾ ਕਰ ਦੇਵੇਂ ਉਹ ਇਸ ਖੇਲ ਨੂੰ ਸਮਝ ਜਾਂਦੇ ਆ ਵੀ ਟੁੱਟਣਾ ਵਿਛੜਨਾ ਕੀ ਹੈ। ਅੰਦਰ ਦੀ ਗੱਲ ਆ ਇਹ। ਦੋ ਤਾਰਾਂ ਜੁੜ ਕੇ ਬਲਬ ਜਗਦਾ, ਅੰਦਰੋਂ ਇੱਕ ਅਰਥ ਵਾਲੀ ਤਾਰ ਤਾਂ ਆਪਣੀ ਲੱਗੀ ਹੋਈ ਆ, ਕਰੰਟ ਵਾਲੀ ਜੁੜੀ ਹੋਈ ਆ। ਅਰਥ ਭਾਵ ਧਰਤੀ ਤੇ ਰਹਿੰਦੇ ਆ ਅਸੀਂ, ਸਰੀਰ ਦੇ ਨਾਲ ਸਾਡਾ ਸੰਬੰਧ ਬਣਿਆ ਹੋਇਆ, ਪਰ ਪ੍ਰਮਾਤਮਾ ਨਿਰੰਕਾਰ ਵਾਲੀ ਕਰੰਟ ਵਾਲੀ ਤਾਰ ਆ ਜਿਹੜੀ ਉਹ ਟੁੱਟੀ ਹੋਈ ਹੈ। ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ ਨਾਲ, ਗੁਰੂ ਦੇ ਗਿਆਨ ਦੇ ਰਾਹੀਂ ਉਹ ਜੋੜਨੀ ਹੈ। ਉਹ ਜੋੜ ਕੇ ਅੰਦਰ ਬਲਬ ਜਗਣਾ, ਅੰਦਰੋਂ ਹੀ ਜਿਹੜਾ ਹੈ ਪ੍ਰਕਾਸ਼ ਹੋ ਜਾਣਾ, ਚਾਨਣ ਹੋ ਜਾਣਾ। ਪਰ ਇਹ ਸਾਰਾ ਕੁਝ ਹੁੰਦਾ ਉਹਨਾਂ ਤੇ ਆ ਜਿਨ੍ਹਾਂ ਤੇ ਕਿਰਪਾ ਤੂੰ ਕਰ ਦਵੇਂ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਤੇ ਜਿਹੜਾ ਜਾਣ ਜਾਂਦਾ ਉਹ ਹਰੀ ਦੇ ਗੁਣਾਂ ਨੂੰ ਸਦਾ ਹੀ ਬਖਿਆਨ ਕਰਦਾ, ਉਹਦੇ ਰਾਹੀਂ ਪ੍ਰਮਾਤਮਾ ਦੇ ਗੁਣ ਬਖਿਆਨ ਹੋਣੇ ਸ਼ੁਰੂ ਹੋ ਜਾਂਦੇ ਆ। ਜਿਹੜਾ ਸਬਰ ਜਾਂਦਾ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਜਿਨ੍ਹਾਂ ਨੇ ਹਰੀ ਪ੍ਰਮਾਤਮਾ ਨਾਲ ਸੁਰਤ ਜੋੜੀ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਗਈ ਭਾਈ। ਸਹਿਜੇ ਹੀ ਹਰ ਨਾਮ ਸਮਾਇਆ, ਉਹ ਸਹਿਜੇ ਹੀ ਇਸ ਰਸਤੇ ਤੇ ਚੱਲ ਕੇ ਗੁਰੂ ਦੀ ਕਿਰਪਾ ਦੇ ਨਾਲ ਨਾਮੀ ਹੋ ਕੇ, ਸੱਚੇ ਹੋ ਕੇ, ਸਚਿਆਰ ਹੋ ਕੇ ਪ੍ਰਮਾਤਮਾ ਵਿੱਚ ਸਮਾ ਜਾਂਦੇ ਹਨ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। हे ਪ੍ਰਮਾਤਮਾ ਵਾਹਿਗੁਰੂ ਜੀ, ਤੁਸੀਂ ਆਪ ਹੀ ਕਰਤੇ ਹੋ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹੋ। ਤੇਰਾ ਕੀਆ ਸਭ ਹੋਏ, ਤੁਹਾਡਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। हे ਵਾਹਿਗੁਰੂ, हे ਸੱਚੇ ਪਾਤਸ਼ਾਹ, ਤੈਤੋਂ ਬਿਨਾ ਹੋਰ ਅਵਰ ਦੂਜਾ ਕੋਈ ਹੈ ਹੀ ਨਹੀਂ। ਬਸ ਇੱਕੋ ਹੀ ਤੂੰ ਆ, ਬਸ ਇੱਕੋ ਹੀ ਇੱਕ ਆ ਬਸ। हे ਪ੍ਰਮਾਤਮਾ, ਤੇਰੀ ਹੀ ਜੋਤ ਮਨਮੁਖਾਂ, ਗੁਰਮੁਖਾਂ 'ਚ, ਪਸ਼ੂਆਂ 'ਚ, ਦਰਖਤਾਂ 'ਚ, ਸਾਰੇ ਤੇਰੀ ਹੀ ਜੋਤ ਜਿਹੜੀ ਹੈ ਪਸਰ ਰਹੀ ਹੈ, ਚੱਲ ਰਹੀ ਹੈ। ਤੇਰੇ ਬਿਨਾ ਹੋਰ ਕੋਈ ਦੂਜਾ ਨਹੀਂ। ਤੂੰ ਕਰ ਕਰ ਵੇਖੈ ਜਾਣੈ ਸੋਏ, ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਲੈਣਾ, ਢਾ ਦਿੰਨਾ, ਸਾਰਾ ਕੁਝ ਕਰ ਕਰਕੇ ਸਾਰਿਆਂ ਦਾ ਤੂੰ ਵਿਗਸ ਰਿਹਾ, ਦੇਖ ਰਿਹਾ, ਤੇ ਸਾਰਿਆਂ ਦੇ ਦਿਲਾਂ ਦੀ ਤੂੰ ਸੱਚੇ ਪਾਤਸ਼ਾਹ ਜਾਣਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਖਰੀ ਪੰਕਤੀ ਵਿੱਚ ਸਮਝਾ ਰਹੇ ਹਨ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਿਹੜੇ ਗੁਰਮੁਖ ਬਣ ਜਾਂਦੇ ਹਨ ਉਹਨਾਂ ਦੇ ਅੰਦਰ ਪਰਮਾਤਮਾ
ਪ੍ਰਗਟ ਹੋ ਜਾਂਦਾ। ਭਾਵ ਸ਼ੁਭ ਗੁਣਾਂ ਦਾ ਖਜ਼ਾਨਾ ਜੋ ਉਹ ਪ੍ਰਗਟ ਹੋ ਜਾਂਦਾ, ਤੇ ਜਿਹੜੇ ਮਨਮੁਖ ਰਹਿ ਜਾਂਦੇ ਆ ਉਹਨਾਂ ਦੇ ਅੰਦਰ ਉਹ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਿਹੜਾ ਉਹ ਬੰਦ ਰਹਿ ਜਾਂਦਾ ਤੇ ਗੁਰਮੁਖਾਂ ਅੰਦਰ ਪ੍ਰਗਟ ਹੋ ਜਾਂਦਾ। ਇੰਨਾ ਫਰਕ ਆ ਭਾਈ। ਅਸੀਂ ਮਨਮੁਖ ਨਹੀਂ ਰਹਿਣਾ, ਅਸੀਂ ਗੁਰਮੁਖ ਬਣਨਾ ਤੇ ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਆ ਜਿਹੜੀ ਵਿਗਾਸ ਵਿਕਸਿਤ ਕਰਨੀ ਆ, ਅੰਦਰੋਂ ਖਿੜਨਾ। ਅਸੀਂ ਜਿਹੋ ਜਿਹੇ ਵੀ ਹੈਗੇ ਆ, ਬਾਹਰੋਂ ਸਰੀਰ ਕੱਦ ਕਾਠ ਨੈਣ ਨਕਸ਼ ਉਹ ਵਾਹਿਗੁਰੂ ਨੇ ਜੋ ਦੇ ਦਿੱਤੇ ਮਨਜ਼ੂਰ ਆ। ਗੁਰਮੁਖੋ, ਇੱਕ ਹੁੰਦੀ ਆ ਸੂਰਤ ਤੇ ਇੱਕ ਹੁੰਦੀ ਆ ਸੀਰਤ। ਸੂਰਤ ਬਦਲੀ ਨਹੀਂ ਜਾ ਸਕਦੀ। ਬਾਹਰੋਂ ਜਿਹੋ ਜਿਹਾ ਸਰੀਰ ਵਾਹਿਗੁਰੂ ਨੇ ਦੇ ਦਿੱਤਾ ਤਾਂ ਐਂ ਦੇਖੀਏ ਸਾਤੋਂ ਮਾੜੇ ਵੀ ਕਿੰਨੇ ਆ, ਕਿੰਨੇ ਕਿਸ ਤਰ੍ਹਾਂ ਪੰਗ ਪੈਦਾ ਹੁੰਦੇ ਆ, ਕਿਸ ਤਰ੍ਹਾਂ ਦੇ ਜੀਵ ਆ ਧਰਤੀ ਤੇ। ਵਾਹਿਗੁਰੂ ਤੇਰਾ ਕੋਟਨ ਕੋਟ ਵਾਰ ਧੰਨਵਾਦ ਆ, ਸ਼ੁਕਰ ਆ ਇਹ ਸਾਨੂੰ ਸਰੀਰ ਦਿੱਤਾ। ਹੁਣ ਇਹ ਜਿਹੜਾ ਸਰੀਰ ਤਾਂ ਦੇ ਦਿੱਤਾ, ਇਹ ਜਨਮ ਸਰੀਰਕ ਤਾਂ ਹੋ ਗਿਆ, ਇੱਕ ਆਤਮਿਕ ਜਨਮ ਹੋਣਾ ਜਿਹਨੂੰ ਕਹਿੰਦੇ ਆ ਸਤਿਗੁਰ ਕੈ ਜਨਮੈ ਗਬਨ ਮਟਾਇਆ। ਆਵਾਗਾਉਣ ਖਤਮ ਹੋ ਗਿਆ, ਸਤਿਗੁਰ ਦੇ ਘਰ ਵਿੱਚ ਆਤਮਿਕ ਜਨਮ ਹੋ ਗਿਆ। ਇਹਨੂੰ ਕਹਿੰਦੇ ਆ ਗੁਰਮੁਖ ਦੇ ਅੰਦਰ ਪ੍ਰਗਟ ਹੋਣਾ। ਗੁਰਮੁਖ ਬਹੁਤ ਵਧੀਆ ਅਵਸਥਾ ਵਾਲੇ ਮਾਲਕ ਹੁੰਦੇ ਆ ਤੇ ਮਨਮੁਖ ਆ ਜਿਹੜੇ ਬਹੁਤ ਨੀਚ ਅਵਸਥਾ ਵਾਲੇ ਹੁੰਦੇ ਆ। ਗੁਰਮੁਖ ਦਾ ਅਰਥ ਆ ਜਿਹੜਾ ਗੁਰੂ ਦੇ ਅਨੁਸਾਰੀ ਹੋ ਗਿਆ, ਗੁਰਬਾਣੀ ਦੇ ਮੁਤਾਬਕ ਚੱਲ ਪਿਆ, ਜੋ ਗੁਰੂ ਜੀ ਸਮਝਾ ਰਹੇ ਆ ਉਹ ਸਮਝ ਲਿਆ, ਸਤ ਸਤ ਕਰਕੇ ਮੰਨ ਲਿਆ। ਮਨਮੁਖ ਉਹਨੂੰ ਕਹਿੰਦੇ ਆ ਜੋ ਗੁਰੂ ਦੀ ਗੱਲ ਸੁਣ ਤਾਂ ਲੈਂਦੇ ਆ ਪਰ ਮੰਨਦੇ ਨਹੀਂ। ਉਹਨੂੰ ਮਨਮੁਖ ਮਨ ਜਿਹੜਾ ਹੈ ਅੱਗੇ ਹੋ ਜਾਂਦਾ। ਮਨਮੁਖ ਜੇ ਗੁਰੂ ਦਾ ਗਿਆਨ ਅੱਗੇ ਹੋ ਗਿਆ ਜੀਵਨ 'ਚ ਤਾਂ ਗੁਰਮੁਖ ਆ ਜਿਹੜੇ ਤਰ ਜਾਂਦੇ ਆ, ਮਨਮੁਖ ਆ ਜਿਹੜੇ ਡੁੱਬ ਜਾਂਦੇ ਆ। ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦਾ, ਮਨਮੁਖਾਂ ਦੇ ਅੰਦਰ ਹਨੇਰਾ ਹੀ ਰਹਿੰਦਾ ਹੈ ਜੀ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।